ਜਿਹੜਾ ਇਹਨਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਡਿਸਕੁਆਲੀਫਿਕੇਸ਼ਨ ਦੇ ਡਰ ਤੋਂ ਮਜਬੂਰੀ ਬਣ ਗਈ ਸੀ ਸਪੀਕਰ ਸਾਹਿਬ ਦੀ, ਨਾ ਚਾਹੁੰਦਿਆਂ ਇਹਨਾਂ ਨੂੰ ਡਿਸਕੁਆਲੀਫਾਈ ਕਰਨਾ ਪੈਣਾ ਸੀ ਤੇ ਉਹਦਾ ਰੈਜ਼ਿਗਨੇਸ਼ਨ ਅਸੈਪਟ ਕਰ ਲਿਆ। ਉਹ ਵੀ ਗਲਤੀ ਕਰ ਲਈ, ਗਲਤੀ ਇਸ ਕਰਕੇ ਕਰ ਲਈ ਕਿ ਉਹਦੇ ਤੇ ਵੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਇਸ ਚੀਜ਼ ਦੀ ਕਿ ਡਿਸਕੁਆਲੀਫਿਕੇਸ਼ਨ ਪਟੀਸ਼ਨ ਪਹਿਲਾਂ ਦੀ ਹੈ, ਸੋ ਉਹਨੂੰ ਡਿਸਾਈਡ ਕਰੋ। ਰੈਜ਼ਿਗਨੇਸ਼ਨ ਤੇ ਬਹੁਤ ਬਾਅਦ ਚੋਂ ਰੈਜ਼ਿਗਨੇਸ਼ਨ ਵੀ ਜਿੰਨੀ ਵਾਰੀ ਦਿੱਤੇ ਉਹ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਉਣ ਲਈ ਕਿ ਮਤਲਬ ਕੱਲ੍ਹ ਨੂੰ ਆਪਣੇ ਆਪ ਨੂੰ ਜਸਟੀਫਾਈ ਕਰ ਸਕਣ ਕਿ ਮੈਂ ਤੇ ਅਸਤੀਫਾ ਦਿੱਤਾ ਸੀ, ਉਹਨਾਂ ਅਸੈਪਟ ਨਹੀਂ ਕੀਤਾ। ਪਰ ਇਹ ਕਿਤੇ ਨਾ ਕਿਤੇ ਅੰਦਰੋਂ ਇਹ ਇਸ ਚੀਜ਼ 'ਤੇ ਐਕਸਪੋਜ਼ ਹੋਇਆ ਕਿ ਇਹ ਜਿਹੜੀਆਂ ਫੈਸਿਲਿਟੀਜ਼ MLA ਦੀਆਂ ਜਿਹੜੇ ਉੱਤੋਂ ਫਾਇਦੇ ਮਿਲਦੇ ਸੀਗੇ ਉਹ ਛੱਡਣਾ ਨਹੀਂ ਚਾਹੁੰਦੇ ਸੀ। ਪਲੱਸ 2 ਦਾ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਪਲੱਸ 2 ਕੀਤੀ ਹੈ ਜਾਂ ਨਹੀਂ ਕੀਤੀ ਹੈ? ਸਵਾਲ ਪਲੱਸ 2 ਕੀਤੀ ਜੀ ਉਹਨਾਂ ਨੇ, BA ਫੇਲ ਆ, BA ਫੇਲ ਨੇ। 2022 ਵਿਧਾਨ ਸਭਾ ਚੋਣਾਂ ਜਿੱਦਾਂ ਨੇੜੇ ਆ ਰਹੀਆਂ ਨੇ ਉੱਦਾਂ ਹੀ ਪੰਜਾਬ ਦੀ ਸਰਗਰਮੀ ਵੱਧਦੀ ਜਾ ਰਹੀ ਹੈ ਔਰ ਨਾਲ ਦੀ ਨਾਲ ਸਿਆਸਤਦਾਨਾਂ ਦੇ ਵੱਲੋਂ ਇੱਕ ਦੂਜੇ ਦੇ ਪੋਤੜੇ ਵੀ ਜਿਹੜੇ ਨੇ ਫਰੋਲੇ ਜਾਣੇ ਨੇ। ਅੱਜ ਗੱਲ ਕਰਾਂਗੇ ਹਲਕਾ ਭੁਲੱਥ ਦੀ। ਗੱਲ ਇਸ ਕਰਕੇ ਕਰਨੀ ਬਣਦੀ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕੁਝ ਸਬੂਤ ਸਾਹਮਣੇ ਆਏ ਨੇ। ਪਹਿਲੀ ਇੰਟਰਵਿਊ ਅਸੀਂ ਕਰਨ ਜਾ ਰਹੇ ਹਾਂ, ਉੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਲਗਾਏ ਗਏ ਨੇ ਰਣਜੀਤ ਸਿੰਘ, ਉਹਨਾਂ ਦੇ ਸਪੁੱਤਰ ਐਡਵੋਕੇਟ ਹਰਸਿਮਰਨ ਮੇਰੇ ਨਾਲ ਨੇ, ਜਿਨ੍ਹਾਂ ਦੇ ਵੱਲੋਂ ਪੁਖਤਾ ਸਬੂਤ ਸਾਹਮਣੇ ਲੈ ਕੇ ਆਏ ਜਾ ਰਹੇ ਨੇ ਪਹਿਲੀ ਵਾਰੀ ਮੀਡੀਆ ਦੇ ਅੱਗੇ। ਹਰਸਿਮਰਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਜੀ ਸੋ ਮਚ। ਅੱਛਾ, ਸੁਖਪਾਲ ਖਹਿਰੇ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਸਬੂਤ ਨੇ ਜਿਹੜੇ ਤੁਸੀਂ ਅੱਜ ਦਰਸ਼ਕਾਂ ਸਾਹਮਣੇ ਪੇਸ਼ ਕਰ ਲਏ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਇਹਨਾਂ ਦਾ ਜਿਹੜਾ ਰੀਸੈਂਟ ਰੈਜ਼ਿਗਨੇਸ਼ਨ ਹੋਇਆ 19 ਅਕਤੂਬਰ ਨੂੰ, ਮੈਂ ਉਹਦੇ ਤੇ ਇੱਕ ਜਿੱਦਾਂ ਨਾ ਉਹਦੀ ਬੈਕ ਸਟੋਰੀ ਦੱਸਣਾ ਚਾਹੁੰਦਾ। ਜਿੱਦਾਂ ਉਹਨੂੰ ਨਾ ਜਦੋਂ ਇਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀ, ਇਹਨਾਂ ਨੇ ਉਹਨੂੰ ਇੱਦਾਂ ਪੋਰਟਰੇ ਕੀਤਾ ਜਿੱਦਾਂ ਬੜੀ ਮਾਨ ਸਨਮਾਨ ਵਾਲੀ ਗੱਲ ਕੀਤੀ ਹੁੰਦੀ, ਜਿੱਦਾਂ ਕੋਈ ਸੈਕਰੀਫਾਈਸ ਕੀਤਾ ਹੁੰਦਾ। ਤਾਂ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਇਹ ਜਿਹੜਾ ਇਹਨਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਡਿਸਕੁਆਲੀਫਿਕੇਸ਼ਨ ਦੇ ਡਰ ਤੋਂ। ਅੱਛਾ। ਤੇ ਇਹ ਵੀ ਨਾਲ ਦੀ ਨਾਲ ਦੱਸਣਾ ਚਾਹੁੰਦਾ ਕਿ ਇਹ ਡਿਸਕੁਆਲੀਫਿਕੇਸ਼ਨ ਤੋਂ ਬਚਣ ਲਈ ਇਹਨਾਂ ਦਾ ਇੱਕ ਮਤਲਬ ਤਰੀਕਾ ਹੀ ਕਹਿ ਲਓ, ਕਿਉਂਕਿ ਜੇ ਡਿਸਕੁਆਲੀਫਾਈ ਹੁੰਦੇ ਸੀਗੇ ਤਾਂ ਇਹ 3 ਸਾਲ ਪਹਿਲਾਂ ਦੇ ਡਿਸਕੁਆਲੀਫਾਈ ਹੋ ਰਹੇ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਇਹਨਾਂ ਦੀ ਤਨਖਾਹਾਂ ਭੱਤੇ, ਜਿਹੜੇ ਗਨਮੈਨ, ਜਿਹੜੇ ਹੋਰ ਖਰਚੇ, ਜਿਹੜੇ ਮਾਫ ਕਰਨਾ ਮੈਂ ਰੋਕਾਂਗਾ, ਸਪੀਕਰ ਦੇ ਵੱਲੋਂ ਜਿਹੜਾ ਅਸਤੀਫਾ ਹੈ ਉਹ ਮਨਜ਼ੂਰ ਕੀਤਾ ਗਿਆ। ਤੁਸੀਂ ਕਹਿੰਦੇ ਕਿ ਡਿਸਕੁਆਲੀਫਾਈ ਹੋ ਰਹੀ ਸੀ ਤਾਂ ਕਰਕੇ ਜਿਹੜਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ। ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ ਇੱਕ ਐਂਟੀ ਡਿਫੈਕਸ਼ਨ ਜਿਹੜਾ ਲਾਅ ਆ 1985 ਦਾ ਬਣਿਆ, ਉਹ ਲਗਭਗ ਇੰਡੀਆ ਦੇ ਵਿੱਚ ਸਾਰੀਆਂ ਵਿਧਾਨ ਸਭਾ 'ਚ ਲਾਗੂ ਹੁੰਦਾ, ਸਿਰਫ ਪੰਜਾਬ ਦੇ ਵਿੱਚ ਨਹੀਂ ਲਾਗੂ ਹੁੰਦਾ ਸੀਗਾ। ਤਾਂ ਇਹਨਾਂ ਨੂੰ ਇਸ ਚੀਜ਼ ਦਾ ਬੜਾ ਇਲਮ ਸੀ, ਪਤਾ ਸੀ ਸੁਖਪਾਲ ਸਿੰਘ ਖਹਿਰਾ ਜੀ ਨੂੰ, ਤੇ ਉਸੇ ਬੇਸ ਤੇ ਕਿ ਇਹਨਾਂ ਨੂੰ ਇਹ ਸੀਗਾ ਕਿ ਕੋਈ ਡਰ ਨਹੀਂ, ਕੋਈ ਰੂਲ ਨਹੀਂ, ਤੇ ਡਿਸਕੁਆਲੀਫਾਈ ਕਿੱਦਾਂ ਹੋਵਾਂਗੇ। ਪਰ ਇਹਦੇ ਤੇ ਸਾਡੇ ਕੋਲ ਰੀਸੈਂਟ ਸੁਪਰੀਮ ਕੋਰਟ ਦੀ ਵੀ ਜਜਮੈਂਟ ਨੇ। ਸੇਮ ਸਿਚੁਏਸ਼ਨ ਕਿਸੇ ਹੋਰ ਸਟੇਟ ਦੇ ਵਿੱਚ ਵੀ ਹੋਈ ਸੀ। ਉੱਥੇ ਇਦਾਂ ਹੋਇਆ ਸੀਗਾ ਕਿ ਕੋਈ 13 MLA ਜਿਹੜੇ ਪਾਰਟੀ ਛੱਡ ਗਏ ਸੀਗੇ, ਉਹਨਾਂ ਦੀ ਕੋਈ ਡਿਸਕੁਆਲੀਫਿਕੇਸ਼ਨ ਦੀ ਪਟੀਸ਼ਨ ਲੱਗੀ ਸੀ। ਉਹ ਸਪੀਕਰ ਸਾਹਿਬ ਨੇ ਉਹਨੂੰ ਇਗਨੋਰ ਕਰਕੇ ਉਹਨੂੰ ਐਜ਼ ਅ ਸਪਲਿਟ ਰੈਕੋਗਨਾਈਜ਼ ਕਰ ਲਿਆ ਸੀ, ਜਿਸ 'ਤੇ ਸੁਪਰੀਮ ਕੋਰਟ ਨੇ ਸਖਤ ਫੈਸਲਾ ਲਿਆ ਸੀਗਾ ਇਸ ਚੀਜ਼ 'ਤੇ ਕਿ ਡਿਸਕੁਆਲੀਫਿਕੇਸ਼ਨ ਪਹਿਲਾਂ ਡਿਸਾਈਡ ਹੋਊਗੀ, ਜਿਹੜੀ ਚੀਜ਼ ਪਹਿਲਾਂ ਕਰੋਨੋਲੋਜੀ ਵਾਈਜ਼। ਜਿੱਦਾਂ ਹੁਣ ਇਹਨਾਂ ਦਾ ਰੈਜ਼ਿਗਨੇਸ਼ਨ ਦਾ ਤਾਂ ਬਹੁਤ ਬਾਅਦ 'ਚੋਂ ਦਿੱਤਾ ਇਹਨਾਂ ਨੇ, ਤੇ ਪਰ ਡਿਸਕੁਆਲੀਫਿਕੇਸ਼ਨ ਪਟੀਸ਼ਨ ਅਸੀਂ ਦਿੱਤੀ 10 ਜਨਵਰੀ 2019 ਦੀ। ਉਦੋਂ ਤੋਂ ਹੁਣ ਤੱਕ ਦਾ ਪੀਰੀਅਡ ਜਿਹੜੀ ਇਹਨਾਂ ਨੇ ਤਨਖਾਹ ਲਈ ਉਹ ਕੁਐਸਚਨ 'ਚ ਆਉਂਦੀ। ਪਰ ਜੇ ਆਪਾਂ ਨੂੰ ਰੈਜ਼ਿਗਨੇਸ਼ਨ ਮੰਨ ਲਈਏ ਤੇ ਰੈਜ਼ਿਗਨੇਸ਼ਨ 'ਚ ਇਹਨਾਂ ਦੀ ਤਨਖਾਹ ਜਸਟੀਫਾਈ ਹੋ ਜਾਂਦੀ। ਦੋਨਾਂ ਗੱਲਾਂ 'ਚ ਬਹੁਤ ਜ਼ਿਆਦਾ ਫਰਕ ਆ। ਔਰ ਇਹਦੇ ਨਾਲ ਜਦੋਂ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਸੁਖਪਾਲ ਸਿੰਘ ਖਹਿਰਾ ਦਾ, ਨਾਲ ਹੀ ਮਾਸਟਰ ਬਲਦੇਵ ਸਿੰਘ ਜੈਤੋ ਤੋਂ ਵਿਧਾਇਕ ਨੇ, ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ ਹੈ। ਇਹ ਕੀ ਕਾਰਨ ਸਮਝਦੇ ਹੋ ਕਿ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਔਰ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ? ਜੀ ਇਹੀ ਦੋਹਰੇ ਮਾਪਦੰਡ ਆ। ਜਿੱਦਾਂ ਹੁਣ ਇੱਕ ਹੁੰਦਾ ਕਿ ਆਪਣੇ ਆਪ ਨੂੰ ਕਈ ਵਾਰੀ ਜਸਟੀਫਾਈ ਕਰਦੇ ਆ ਕਿ ਰੂਲ ਨਹੀਂ ਸੀ, ਡਿਸਕੁਆਲੀਫਾਈ ਨਹੀਂ ਕਰ ਸਕਦੇ। ਹੁਣ ਇਸ ਚੀਜ਼ ਦਾ ਵੀ ਜਿਹੜਾ ਲਾਮਾ ਉਹ ਲੈ ਗਿਆ ਕਿ ਮਤਲਬ ਡਿਸਕੁਆਲੀਫਿਕੇਸ਼ਨ ਹੋ ਸਕਦੀ ਸੀ ਤੇ ਇਹਨਾਂ ਦੀ ਵੀ ਹੋਣੀ ਚਾਹੀਦੀ ਸੀ। ਕਾਰਨ ਇਹ ਆ ਕਿ ਹਾਈ ਕੋਰਟ ਅਸੀਂ ਅਪਰੋਚ ਕੀਤਾ ਆ 2019 ਜਨਵਰੀ ਜਿਹੜੀ 10 ਦੀ ਪਟੀਸ਼ਨ ਸਪੀਕਰ ਸਾਹਿਬ ਨੂੰ ਅਸੀਂ ਦਿੱਤੀ, ਉਤੋਂ ਐਗਜ਼ੈਕਟਲੀ 1 ਸਾਲ ਵੇਟ ਕਰਕੇ ਅਸੀਂ ਹਾਈ ਕੋਰਟ ਮੂਵ ਹੋਏ। ਉਹ ਹਾਈ ਕੋਰਟ ਦਾ ਡਿਸੀਜਨ ਆਇਆ 4 ਅਗਸਤ 2021 ਇਸ ਵਾਲੇ ਨੂੰ। ਉਹਨਾਂ ਨੇ 3 ਮਹੀਨੇ ਦਾ ਸਪੀਕਰ ਸਾਹਿਬ ਨੂੰ, ਇਹ ਵੀ ਪੰਜਾਬ ਦੀ ਹਿਸਟਰੀ 'ਚ ਇੱਕ ਆਪਣੇ ਆਪ 'ਚ ਇੱਕ ਨਵੀਂ ਚੀਜ਼ ਹੈ ਕਿ ਕਦੀ ਵੀ ਜੁਡੀਸ਼ਰੀ ਜਿਹੜੀ ਉਹ ਬ੍ਰਾਂਚ ਆ ਉਹ ਲੈਜਿਸਲੇਟਿਵ ਬ੍ਰਾਂਚ ਦੇ ਕੰਮ ਦੇ ਵਿੱਚ ਇੰਟਰਫੇਅਰ ਨਹੀਂ ਕਰਦੀ। ਪਰ ਜਦੋਂ ਇੱਕ ਲਾਅ ਜਿਹੜੀ ਗ੍ਰੋਸ ਵਾਇਲੇਸ਼ਨ ਜਿਹੜੀ ਹੋਵੇ ਤਾਂ ਉਦੋਂ ਹਾਈ ਕੋਰਟ ਐਕਟ ਕਰਦੀ। ਤੇ ਉਹਨਾਂ ਨੇ ਇੱਥੇ ਦੇਖਿਆ ਕਿ ਸੀਗੀ, ਉਹਨਾਂ ਸਪੀਕਰ ਸਾਹਿਬ ਦਾ ਐਫੀਡੇਵਿਟ ਤੇ ਬਕਾਇਦਾ ਉਹਨਾਂ ਦੀ ਸਟੇਟਮੈਂਟ ਰਿਕਾਰਡ ਹੋਈ ਕਿ ਉਹ 3 ਮਹੀਨਿਆਂ 'ਚ ਡਿਸੀਜਨ ਦੇਣਗੇ। ਤਾਂ ਉਹ 3 ਮਹੀਨੇ ਜਿਹੜੇ ਉਹ 4 ਨਵੰਬਰ ਦੀਵਾਲੀ ਵਾਲੇ ਦਿਨ ਪੂਰੇ ਹੋਣੇ ਸੀ। ਸੋ ਇਹਨਾਂ ਨੂੰ ਇਹ ਪਤਾ ਸੀਗਾ ਕਿ ਮਜਬੂਰੀ ਬਣ ਗਈ ਸੀ ਸਪੀਕਰ ਸਾਹਿਬ ਦੀ, ਨਾ ਚਾਹੁੰਦਿਆਂ ਇਹਨਾਂ ਨੂੰ ਡਿਸਕੁਆਲੀਫਾਈ ਕਰਨਾ ਪੈਣਾ ਸੀ। ਤੇ ਉਹਦਾ ਰੈਜ਼ਿਗਨੇਸ਼ਨ ਅਸੈਪਟ ਕਰ ਲਿਆ। ਉਹ ਵੀ ਗਲਤੀ ਕਰ ਲਈ। ਗਲਤੀ ਇਸ ਕਰਕੇ ਕਰ ਲਈ ਕਿ ਉਹਦੇ ਤੇ ਵੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਇਸ ਚੀਜ਼ ਦੀ ਕਿ ਡਿਸਕੁਆਲੀਫਿਕੇਸ਼ਨ ਪਟੀਸ਼ਨ ਪਹਿਲਾਂ ਦੀ ਹੈ,
ਸੋ ਉਹਨੂੰ ਡਿਸਾਈਡ ਕਰੋ। ਰੈਜ਼ਿਗਨੇਸ਼ਨ ਤੇ ਬਹੁਤ ਬਾਅਦ ਚੋਂ ਆ, ਤੇ ਜਿਹੜਾ ਇਹਨਾਂ ਨੇ ਇੰਨੀ ਵਾਰੀ ਰੈਜ਼ਿਗਨੇਸ਼ਨ ਕੋਈ ਇੰਨਾ ਪਹਿਲੀ ਵਾਰੀ ਨਹੀਂ ਰੈਜ਼ਿਗਨੇਸ਼ਨ ਦਿੱਤਾ, ਇਹਨਾਂ ਮਲਟੀਪਲ ਟਾਈਮਸ ਦਿੱਤਾ। ਪਹਿਲਾ ਰੈਜ਼ਿਗਨੇਸ਼ਨ ਇਹਨਾਂ ਨੇ 25 ਅਪ੍ਰੈਲ 2019 ਚ ਦਿੱਤਾ, ਫਿਰ ਉਹੀ ਰੈਜ਼ਿਗਨੇਸ਼ਨ 23 ਅਕਤੂਬਰ 2019 ਨੂੰ ਵਾਪਸ ਲੈ ਲਿਆ। ਉਸ ਤੋਂ ਬਾਅਦ ਇਹਨਾਂ ਨੇ 3 ਜੂਨ ਨੂੰ ਦੁਬਾਰਾ ਦਿੱਤਾ ਇਹ ਵਾਲੀ, ਤੇ ਉਸ ਤੋਂ ਬਾਅਦ ਹੁਣ ਦੁਬਾਰਾ। ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਜਿੰਨੀ ਵਾਰੀ ਵੀ ਗੱਲ ਹੁੰਦੀ ਸੀਗੀ ਕਿ ਰੈਜ਼ਿਗਨੇਸ਼ਨ ਅਸੈਪਟ ਕਿਉਂ ਨਹੀਂ, ਚਲੋ ਰੈਜ਼ਿਗਨੇਸ਼ਨ ਹੀ ਅਸੈਪਟ ਕਰ ਲੈਂਦੇ। ਉਹ ਇਹ ਹਵਾਲਾ ਦਿੱਤਾ ਜਾਂਦਾ ਸੀਗਾ ਕਿ ਜੀ ਰੈਜ਼ਿਗਨੇਸ਼ਨ ਪਰਫੈਕਟ ਜਿਹੜਾ ਇਹਨਾਂ ਨੂੰ ਫਾਰਮੈਟ ਚਾਹੀਦਾ ਉਹਦੇ 'ਚ ਨਹੀਂ ਆ। ਉਹਦਾ ਰੂਲ ਵੀ ਤੁਸੀਂ ਧਿਆਨ ਨਾਲ ਪੜ੍ਹੋ। ਰੂਲ ਮੈਂ ਬਾਰ-ਬਾਰ ਕਹਿੰਦਾ ਕਿ ਰੂਲ ਦੇ ਵਿੱਚ ਇਹ ਲਿਖਿਆ ਆ, ਚਾਹੇ 100 ਪੇਜ ਦਾ ਰੈਜ਼ਿਗਨੇਸ਼ਨ ਲਿਖ ਦੇਣ, ਚਾਹੇ 1000 ਪੇਜ ਦਾ, ਪਰ ਉਹ 'ਚ ਇੱਕ ਲਾਈਨ ਜ਼ਰੂਰ ਮੈਂਸ਼ਨ ਹੋਣੀ ਚਾਹੀਦੀ ਸੀ ਕਿ ਹੇਅਰ ਬਾਈ ਰਿਜ਼ਾਈਨ ਫਰੋਮ ਦੀ ਮੈਂਬਰਸ਼ਿਪ ਆਫ ਪੰਜਾਬ ਵਿਧਾਨ ਸਭਾ ਜਾਂ ਲੈਜਿਸਲੇਟਿਵ ਅਸੈਂਬਲੀ ਪੰਜਾਬ। ਪਰ ਇਹਨਾਂ ਨੇ ਕਹਾਣੀਆਂ ਲਿਖੀਆਂ। ਇਹ ਰੈਜ਼ਿਗਨੇਸ਼ਨ ਵੀ ਜਿੰਨੀ ਵਾਰੀ ਦਿੱਤੇ ਉਹ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਉਣ ਲਈ, ਕਿ ਮਤਲਬ ਕੱਲ ਨੂੰ ਆਪਣੇ ਆਪ ਨੂੰ ਜਸਟੀਫਾਈ ਕਰ ਸਕਣ ਕਿ ਮੈਂ ਤੇ ਅਸਤੀਫਾ ਦਿੱਤਾ ਸੀ, ਉਹਨਾਂ ਅਸੈਪਟ ਨਹੀਂ ਕੀਤਾ। ਪਰ ਇਹ ਕਿਤੇ ਨਾ ਕਿਤੇ ਅੰਦਰੋਂ ਇਹ ਇਸ ਚੀਜ਼ 'ਤੇ ਐਕਸਪੋਜ਼ ਹੋਇਆ ਕਿ ਇਹ ਜਿਹੜੀਆਂ ਫੈਸਿਲਿਟੀਜ਼ MLA ਦੀਆਂ ਜਿਹੜੇ ਉਤੋਂ ਫਾਇਦੇ ਮਿਲਦੇ ਸੀਗੇ ਉਹ ਛੱਡਣਾ ਨਹੀਂ ਚਾਹੁੰਦੇ ਸੀ। ਤੁਸੀਂ ਕੋਰਟ ਵੱਲ ਰੁਖ ਕੀਤਾ ਹੈ, ਕਿਹੜੇ ਆਧਾਰ ਤੇ ਕੋਰਟ ਦੇ ਵਿੱਚ ਗਏ ਹੋ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕੋਰਟ ਦੇ ਵਿੱਚ ਜਿਹੜਾ ਇਹ ਤੁਹਾਡੇ ਵੱਲੋਂ ਕੇਸ ਜਿਹੜਾ ਦਾਇਰ ਕੀਤਾ ਗਿਆ। ਦੇਖੋ ਜੀ, ਇਹ ਸਿਮਿਲਰ ਬੇਸ ਤੇ ਨਾ ਮਲਟੀਪਲ ਪਟੀਸ਼ਨਸ ਕੋਰਟ ਦੇ ਵਿੱਚ ਪਈਆਂ, ਸਾਰੀਆਂ ਡਿਸਮਿਸ ਹੋਈਆਂ। ਸਾਡੇ ਤੇ ਉਹਨਾਂ ਦੇ ਕੇਸ ਦੇ ਵਿੱਚ ਇਹ ਫਰਕ ਸੀਗਾ ਕਿ ਆਪਾਂ ਸਾਊਂਡ ਜੱਜਮੈਂਟਸ ਦੇ ਚੱਲੇ, ਇੱਕ ਜਿੱਦਾਂ ਜੋ ਸੈਟਲਡ ਲਾਅ ਆ ਉਹਦੇ ਹਿਸਾਬ ਨਾਲ ਚੱਲੇ। ਆਲਦੋ ਟਾਈਮ ਲੱਗਾ ਇਸ ਚੀਜ਼ ਨੂੰ, ਇੱਕ ਨਾ ਬਹੁਤ ਵੱਡਾ ਲੈਪਸ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ 35 ਸਾਲ ਹੋ ਗਏ ਕਾਨੂੰਨ ਆਏ ਨੂੰ, ਤੇ ਉਹ ਪੰਜਾਬ ਵਿਧਾਨ ਸਭਾ 'ਚ ਲਾਗੂ ਹੀ ਨਹੀਂ ਹੋਇਆ। ਪਹਿਲਾਂ ਤਾਂ ਉਹ ਸਾਡੀ ਪਟੀਸ਼ਨ ਕਰਕੇ ਉਹ ਲਾਗੂ ਹੋਊਗਾ ਅੱਗੇ ਤੋਂ, ਹੁਣ ਜਿਹੜੀ ਅਗਲੀ ਵਿਧਾਨ ਸਭਾ ਹੋਊਗੀ ਹੁਣ ਤੋਂ ਉਹ ਕਾਨੂੰਨ ਜਿਹੜਾ ਲਾਗੂ ਹੁੰਦਾ। ਹੁਣ ਜਿਹੜੀ ਮਾਸਟਰ ਬਲਦੇਵ ਜੀ ਵਾਲੀ ਤੁਸੀਂ ਗੱਲ ਕੀਤੀ, ਉਹ ਡਿਸਕੁਆਲੀਫਾਈ ਹੋਏ ਤੇ ਇਹਨਾਂ ਦਾ ਰੈਜ਼ਿਗਨੇਸ਼ਨ ਅਸੈਪਟ ਕੀਤਾ। ਤੁਸੀਂ ਆਪ ਹੀ ਇਸ ਚੀਜ਼ ਬਾਰੇ ਸੋਚ ਸਕਦੇ ਕਿ ਉਹਨਾਂ ਦਾ ਰੈਜ਼ਿਗਨੇਸ਼ਨ ਕਿਉਂ ਨਹੀਂ ਅਸੈਪਟ ਕਰ ਲਿਆ, ਉਹਨਾਂ ਨੂੰ ਹੀ ਡਿਸਕੁਆਲੀਫਾਈ ਕਿਉਂ ਕੀਤਾ ਗਿਆ। ਕਾਰਨ ਇਹ ਆ ਕਿ ਆਪਾਂ ਜਿਹੜਾ ਇਹ ਰੌਲਾ, ਇਹ ਜਿਹੜੀਆਂ ਗੱਲਾਂ ਅਸੀਂ ਚੱਕੀਆਂ ਹੈ, ਇਹ ਕਿਤੇ ਨਾ ਕਿਤੇ ਅਸੀਂ ਸਹੀ ਬੋਲ ਰਹੇ ਹਾਂ, ਤਾਂ ਕਰਕੇ ਇਦਾਂ ਹੋਇਆ। ਤੇ ਜਿਹੜੇ ਬਾਕੀ ਰਹਿੰਦੇ MLA ਜਿਨ੍ਹਾਂ ਨੇ ਇਹਨਾਂ ਕਰਕੇ ਜਿਹੜਾ ਆਮ ਆਦਮੀ ਪਾਰਟੀ ਜਾਂ ਕਿਸੇ ਪਾਰਟੀ ਜਿੱਤੋਂ ਵੀ ਲੜ ਕੇ ਜੀ ਇਹਨਾਂ ਦੇ ਪਿੱਛੇ ਜਿਨ੍ਹਾਂ ਨੇ ਵੀ ਆਪਣੀ ਪਾਰਟੀ ਬਦਲੀ, ਉਹਨਾਂ ਸਾਰਿਆਂ ਨੂੰ ਡਿਸਕੁਆਲੀਫਿਕੇਸ਼ਨ ਫੇਸ ਕਰਨੀ ਪਊਗੀ। ਤੇ ਪਲੱਸ ਜਿਹੜੀ ਤਨਖਾਹ ਇੰਨੇ ਸਾਲਾਂ ਦੀ ਲਈ, ਉਹ ਵੀ ਇਹਨਾਂ ਨੂੰ ਜਿਹੜੇ ਭੱਤੇ ਲਏ ਉਹ ਸਾਰੇ ਵਾਪਸ ਮੋੜਨੇ ਪੈਣੇ। ਇੱਕ ਪਾਸੇ ਕਹੀ ਜਾਂਦੇ ਖਜ਼ਾਨਾ ਖਾਲੀ, ਆਪਣੇ ਆਪ ਨੂੰ ਹਮਦਰਦ ਕਹਿੰਦੇ ਆ ਪੰਜਾਬ ਦੇ, ਤੇ ਉਸੇ ਪਾਸੇ ਜਿਹੜਾ ਖਾਲੀ ਖਜ਼ਾਨਾ ਉਹ 'ਚੋਂ ਪੈਸੇ ਲਈ ਜਾਂਦੇ, ਆਪਣੇ ਪਰਸਨਲ ਮੁਫਾਦ ਲਈ ਵਰਤਦੇ ਆ, ਜਦ ਕਿ ਇਹ ਜਸਟੀਫਾਈ ਵੀ ਨਹੀਂ ਹੁੰਦਾ। ਇੱਕ ਤਾਂ ਮੋਰਲੀ ਵੀ ਜਸਟੀਫਾਈ ਨਹੀਂ ਹੁੰਦਾ ਜੀ। ਮੋਰਲੀ ਇਦਾਂ ਨਹੀਂ ਹੁੰਦਾ ਕਿ 4.5 ਸਾਲ ਸਾਡੇ ਹਲਕੇ 'ਚ ਨਹੀਂ ਆਏ, ਉਹ ਤਨਖਾਹ ਕਾਦੀ ਲਈ ਇਹਨਾਂ ਨੇ? ਇਹ ਤੇ ਰਹੇ ਬਠਿੰਡੇ। ਉਸ ਤੋਂ ਬਾਅਦ ਜੀ 6 ਮਹੀਨੇ ਹੁਣ ਰਹਿੰਦੇ ਆ ਗਏ ਆ, ਕਿਉਂਕਿ ਇਹਨਾਂ ਕੋਲ ਹੋਰ ਕੋਈ ਆਪਸ਼ਨ ਇਹਨਾਂ ਨੂੰ ਦਿਖਦਾ ਹੀ ਨਹੀਂ ਸੀਗਾ। ਇਹ ਤੁਸੀਂ ਦੇਖ ਸਕਦੇ ਆ, ਇੱਕ ਪ੍ਰਾਈਮ ਏਸ਼ੀਆ ਦੀ ਆਈ ਥਿੰਕ ਕੋਈ ਵੀਡੀਓ ਜਿਹਦੇ 'ਚ ਬੜਾ ਕਲੀਅਰਲੀ ਕਹਿ ਰਹੇ ਜੇ ਮੈਂ ਮੇਰੀ ਪਾਰਟੀ ਜੇ ਨਹੀਂ ਸਕਸੈਸਫੁਲ ਹੋਈ ਮੈਂ ਤਾਂ ਘਰੇ ਬਹਿ ਜਾਊਂਗਾ। ਹੁਣ ਪੁੱਛੋ ਹੁਣ ਘਰੇ ਕਿਉਂ ਨਹੀਂ ਬੈਠੇ? ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਜੀ ਮੈਨੇ ਬਹਾਨੇ ਇਹਨਾਂ ਕੋ ਸੁਣਨ ਲਈ ਇੰਨੇ ਆ ਕਿ ਮਤਲਬ ਉਹਦਾ ਅੰਤ ਹੀ ਨਹੀਂ, ਪਰ ਉਹਨਾਂ ਦਾ ਤੁੱਕ ਨਹੀਂ ਬਣਦਾ। ਸੁਣ ਕੇ ਕਿਤੇ ਦੇਖਿਓ, ਮਤਲਬ ਇੱਕ ਆਮ ਬੰਦੇ ਨੂੰ ਸੁਣਨ ਹਾਸੋਹੀਣੀਆਂ ਗੱਲਾਂ ਲੱਗਦੀਆਂ। ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਓਵਰਆਲ ਐਟ ਦੀ ਐਂਡ ਆਫ ਦੀ ਡੇ ਗੱਲ ਹੈਗੀ ਕਿ ਇਹਨਾਂ ਨੂੰ ਕਨਵੀਨੀਅੰਟ ਕੀ ਆ, ਇਹਨਾਂ ਦੀ ਕਨਵੀਨੀਅੰਸ ਕਿਹਦੇ 'ਚ ਆ, ਇਹ ਉਹਨੂੰ ਫੋਲੋ ਕਰਦੇ ਆ। ਹਰਸਿਮਰਨ, ਕੁਆਲੀਫਿਕੇਸ਼ਨ ਦਾ ਵੀ ਕਿਤੇ ਨਾ ਕਿਤੇ ਕੁਐਸਚਨ ਮਾਰਕ ਹੁੰਦੇ ਰਹੇ ਨੇ। ਸੁਖਪਾਲ ਸਿੰਘ ਖਹਿਰਾ ਦਾ +2 ਦੇ ਉੱਪਰ ਸਵਾਲ ਹੋਏ ਨੇ, +2 ਦਾ ਕੀ ਰੌਲਾ ਹੈਗਾ? ਦੇਖੋ ਜੀ, ਇਹ ਪਹਿਲਾਂ ਵੀ ਕਿਸੇ ਪੱਤਰਕਾਰ ਸਾਹਿਬ ਨੇ ਇਹਨਾਂ ਤੋਂ ਸਵਾਲ ਕੀਤਾ ਸੀ ਕਿ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਨੂੰ ਲੈ ਕੇ ਵਿਵਾਦ ਆ। ਉਹਦੇ ਤੇ ਇਹਨਾਂ ਦਾ ਇਹ ਜਵਾਬ ਸੀ ਕਿ ਜੀ ਅੱਤਵਾਦ ਦਾ ਦੌਰ ਸੀ, ਉਦੋਂ ਇਹਨਾਂ ਕੋਲੋਂ ਪੜ੍ਹਾਈ ਨਹੀਂ ਪੂਰੀ ਹੋ ਸਕੀ। ਮੈਂ ਇਹ ਦੱਸਣਾ ਚਾਹੁੰਦਾ, ਪਹਿਲੀ ਗੱਲ ਤਾਂ ਜਿੱਦਾਂ ਬਾਕੀ ਮੈਜੋਰਿਟੀ ਵੱਡੇ ਲੀਡਰਾਂ ਦੇ ਬੱਚੇ ਜਿਹੜੇ ਆ, ਉੱਦਾਂ ਪੰਜਾਬ ਨੇ ਜਿਹੜਾ ਸੰਤਾਪ ਤੇ ਹੰਡਾਇਆ, ਪਰ ਉਸ ਦੌਰਾਨ ਜਿਹੜੇ ਵੀ ਲੀਡਰ ਵੱਡੇ ਸੀ ਉਹਨਾਂ ਸਾਰੇ ਆਪਣੇ ਬੱਚੇ ਬਾਹਰ ਪੜ੍ਹਾਏ। ਇਹ ਵੀ ਬਾਹਰ ਇੱਥੋਂ ਆਊਟ ਆਫ ਪੰਜਾਬ ਪੜ੍ਹੇ ਆ ਤੇ ਹਿਮਾਚਲ ਦੇ ਪੜ੍ਹੇ ਆ। ਉਸ ਤੋਂ ਬਾਅਦ ਇਹ ਗ੍ਰੈਜੂਏਸ਼ਨ ਇਹਨਾਂ ਦੀ ਜਿਹੜੀ ਇਹਨਾਂ ਨੇ ਸਟਾਰਟ ਕੀਤੀ ਜ਼ਰੂਰ ਸੀ DAV ਚੰਡੀਗੜ੍ਹ, ਤੇ ਇਹਨਾਂ ਨੇ ਪੇਪਰ ਦੇ ਕੇ ਫੇਲ ਹੋਏ। ਮੈਨੂੰ ਇਹ ਦੱਸੋ, ਜਦੋਂ ਹੁਣ ਮੈਂ ਪੇਪਰ ਦੇਣ ਬੈਠ ਗਿਆ ਤਾਂ ਉਹਦੇ 'ਚ ਅੱਤਵਾਦ ਦਾ ਕੀ ਤੁੱਕ ਬਣਦਾ ਆ? ਮਤਲਬ ਇਹਨਾਂ ਨੇ ਆਪਣੇ ਆਪ ਨੂੰ ਐਜ਼ ਅ ਵਿਕਟਮ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਉਹਦਾ ਵਿਕਟਮ ਹੈ, ਜਦ ਕਿ ਇਹ ਵਿਕਟਮ ਨਹੀਂ। ਇਹਨਾਂ ਦੀ ਫੈਮਿਲੀ ਦੇ ਹੈਂਡਸ ਤੇ ਬਹੁਤ ਫੈਮਲੀਜ਼ ਆ। ਜੇ ਤੁਸੀਂ, ਮੈਂ ਚਾਹੁੰਦਾ ਕਿ ਇਹਦੇ 'ਤੇ ਵੀ ਇੱਕ ਡਾਕੂਮੈਂਟਰੀ ਬਣਨੀ ਚਾਹੀਦੀ ਕਿ ਇੱਕ ਅਸਲੀਅਤ ਪਤਾ ਲੱਗੇ ਲੋਕਾਂ ਨੂੰ, ਕਿਉਂਕਿ ਜਿਹੜੇ NRI ਆ, ਜਦੋਂ ਆਪਾਂ ਹਲਕੇ ਦੇ ਲੋਕਾਂ ਨੂੰ ਕਾਫੀ ਕੁਝ ਪਤਾ, ਕਈਆਂ ਨੂੰ ਪਤਾ ਆ ਤਾਂ ਵੀ ਚੱਲੀ ਜਾਂਦੇ ਆ, ਉਹਨਾਂ ਦੇ ਪਰਸਨਲ ਏਜੰਡੇ ਹੋਣਗੇ ਅਲੱਗ ਚੀਜ਼ ਆ। ਪਰ ਜਿਹੜੇ ਬੰਦੇ ਬਾਹਰਲੇ ਦੇਸ਼ਾਂ 'ਚ ਬੈਠੇ ਆ ਉਹਨਾਂ ਲਈ ਜਾਣਨਾ ਬਹੁਤ ਜ਼ਰੂਰੀ, ਕਿਉਂਕਿ ਫੇਸਬੁੱਕ ਤੇ ਵੀਡੀਓ ਤੇ ਬਹਿ ਕੇ ਜਿੱਦਾਂ ਇੱਥੇ ਮੈਂ ਤੁਹਾਡੇ ਕੈਮਰੇ ਮੂਹਰੇ ਬਹੁਤ ਸੱਚਾ ਸੁੱਚਾ ਜੋ ਜਿੱਦਾਂ ਦੀ ਇਮੇਜ ਚਾਹਾਂ ਉੱਦਾਂ ਦੀ ਬਣਾਈ ਜਾ ਸਕਦੀ, ਪਰ ਉਹਦੀ ਅਸਲੀਅਤ ਕੀ ਹੈ ਉਹ ਜਾਣਨੀ ਬਹੁਤ ਜ਼ਰੂਰੀ।
ਬਹੁਤ ਇਦਾਂ ਦੀਆਂ ਫੈਮਲੀਆਂ ਜਿਨ੍ਹਾਂ ਸਫਰ ਕੀਤਾ, ਉਹਦੇ 'ਚ ਮੈਂ ਅੱਗੇ ਵੀ ਦੱਸ ਹਟਿਆ ਕਿ ਅਸੀਂ ਵੀ ਉਹਨਾਂ 'ਚੋਂ ਇੱਕ ਹਾਂ। ਹਰਸਿਮਰਤ ਠੀਕ ਹੈ, ਪਲੱਸ 2 ਦਾ ਕੀ ਹੈ, ਕੀ ਸੁਖਪਾਲ ਸਿੰਘ ਖਹਿਰਾ ਨੇ ਪਲੱਸ 2 ਕੀਤੀ ਹੈ ਜਾਂ ਨਹੀਂ ਕੀਤੀ, ਇਹ ਸਵਾਲ ਹੈ। ਨਹੀਂ ਜੀ, ਪਲੱਸ 2 ਕੀਤੀ ਜੀ ਉਹਨਾਂ ਨੇ, ਬੀਏ ਫੇਲ ਆ, ਬੀਏ ਫੇਲ ਨੇ। ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਵੀ ਕੀਤੀ, ਕਿਉਂਕਿ ਇਲੈਕਸ਼ਨ ਐਫੀਡੇਵਿਟ 2007 ਚ ਇਹਨਾਂ ਨੇ ਆਪਣੇ ਆਪ ਨੂੰ ਬੀਏ ਪਾਰਟ 2 ਪਾਸ ਦਰਸਾਏ, ਮਤਲਬ ਬੀਏ ਫੇਲ ਸੀ, ਗ੍ਰੈਜੂਏਟ ਨਹੀਂ ਸੀ। 2012 ਚ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ ਨੋਟਰੀ ਅਟੈਸਟਡ ਆ ਐਫੀਡੇਵਿਟ ਤੇ, ਇਲੈਕਸ਼ਨ ਐਫੀਡੇਵਿਟ ਤੇ ਇਹਨਾਂ ਨੇ ਮੈਂਸ਼ਨ ਕੀਤਾ ਕਿ ਗ੍ਰੈਜੂਏਟ ਆ। ਇੱਕ ਕਾਮਨ ਜਿਹੜੀ ਸਮਝ ਵਾਲਾ ਬੰਦਾ ਉਹ ਇਹ ਸੋਚਦਾ ਕਿ 5 ਸਾਲ ਹੈ, ਮੇਬੀ ਇਹਨਾਂ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਹੋਵੇ, ਬਟ 2017 ਚ ਫਿਰ ਬੀਏ ਫੇਲ ਹੋ ਜਾਂਦੇ ਆ, 2019 ਚ ਫਿਰ ਬੀਏ ਫੇਲ ਹੋ ਸਕਦੇ। ਇਹ ਕਿੱਦਾਂ ਪੋਸੀਬਲ ਹੈ ਕਿ ਜੇ ਮੈਂ ਗ੍ਰੈਜੂਏਟ ਹੋ ਗਿਆ ਤਾਂ ਮੈਂ ਵਾਪਸ 5ਵੀਂ ਕਲਾਸ ਕਿੱਦਾਂ ਹੋ ਸਕਦਾ, ਬਾਕੀ ਕਲਾਸਾਂ ਕਿੱਥੇ ਗਈਆਂ। ਸੋ ਇਹ ਇੱਕ ਬਹੁਤ ਤਗੜੇ ਲੈਵਲ ਤੇ ਜਿਹੜਾ ਇਹ ਝੂਠ ਬੋਲਿਆ ਗਿਆ। ਝੂਠ ਤਾਂ ਬੋਲਿਆ ਗਿਆ ਕਿ ਇੱਕ ਕੀ ਹੁੰਦਾ, ਕਈ ਵਾਰੀ ਇੱਕ ਬਬਲ ਬਣਾਇਆ ਹੁੰਦਾ ਲੋਕਾਂ ਦੇ ਵਿੱਚ, ਇੱਕ ਭੜ ਪੱਗਲ ਜਿਹਨੂੰ ਕਹਿੰਦੇ ਹੁੰਦੇ ਬਣਾਇਆ ਹੁੰਦਾ ਕਿ ਮੈਂ ਬੜਾ ਸਿਆਣਾ ਆ, ਮੈਂ ਬਹੁਤ ਪੜ੍ਹਿਆ ਲਿਖਿਆ। ਦੇਖੋ, ਮੈਂ ਇਸ ਤਰਕ ਦੇ ਨਾਲ, ਜਿੱਦਾਂ ਮੇਰਾ ਪਰਸਨਲ ਬਲੀਫ ਹੈ ਕਿ ਇੱਕ ਬੰਦਾ ਬਹੁਤ ਪੜ੍ਹ ਲਿਖ ਜਾਵੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਸਿਆਣਾ ਹੋ ਗਿਆ। ਪਰ ਗੱਲ ਹੈ ਕਿ ਜਿਹੜਾ ਝੂਠ ਆ, ਹੁਣ ਇਸ ਗੱਲ ਤੇ ਵੀ ਕੋਈ ਕਵੇ ਕਿ ਜੀ ਨਾ ਪੜ੍ਹੇ ਨਹੀਂ ਪੜ੍ਹੇ ਉਹਦਾ ਮਾਇਨੇ ਰੱਖਦੇ, ਪਰ ਕਾਨੂੰਨੀ ਗਲਤੀ ਕੀਤੀ ਹੈ ਨਾ, ਬਹੁਤ ਵੱਡੀ ਗਲਤੀ ਹੈ ਕਿ ਉਹ ਜਿਹੜਾ ਇਲੈਕਸ਼ਨ ਐਫੀਡੇਵਿਟ ਦਾ ਇੱਕ ਪਰਪਸ ਆ ਕਿ ਤੁਹਾਡੀ ਪ੍ਰਾਪਰਟੀ ਕਿੰਨੀ ਹੈ, ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ, ਤੁਸੀਂ ਪੜ੍ਹੇ ਲਿਖੇ ਕਿੰਨੇ ਆ, ਇਹਦਾ ਮਤਲਬ ਲੋਕਾਂ 'ਚ ਗਲਤ ਮੈਸੇਜ ਕਨਵੇ ਕੀਤਾ ਆਪਣਾ। ਤੇ ਉਹ ਹੁਣ ਕਿਉਂ ਕੀਤਾ, ਇਹਦਾ ਜਵਾਬ ਤੇ ਉਹ ਖੁਦ ਆਪ ਦੇ ਸਕਦੇ। ਅਸੀਂ ਆਰਟੀਆਈ ਦੇ ਥਰੂ ਰਿਕਾਰਡ ਕਢਾਇਆ ਆਪਣੇ ਡੀਏਵੀ ਕਾਲਜ ਚੰਡੀਗੜ੍ਹ ਤੋਂ, ਉਹਦੇ 'ਚ ਬਕਾਇਦਾ ਡੀਏਵੀ ਕਾਲਜ ਨੇ ਇਹਨਾਂ ਦਾ ਬਹੁਤ ਸਾਥ ਦਿੱਤਾ ਹੈ। ਮੈਂ ਕਹਿਣਾ ਚਾਹੂੰਗਾ ਕਿ ਉਹਨਾਂ ਜਿੰਨਾ ਦੇ ਸਕਦੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ, ਕਿਉਂਕਿ ਇੱਕ ਆਰਟੀਆਈ ਐਪਲੀਕੇਸ਼ਨ ਦਾ ਡਿਸੀਜਨ ਜਿਹੜਾ 15 ਦਿਨਾਂ 'ਚ ਉਹਨਾਂ ਨੂੰ ਰਿਪਲਾਈ ਦੇਣਾ ਪੈਂਦਾ, ਉਸ ਤੋਂ ਬਾਅਦ ਕਾਸਟ ਪੈਂਦੀ। ਉਹਨਾਂ ਨੇ 1.5 ਸਾਲ ਲਾਇਆ ਇਹ ਰਿਕਾਰਡ ਦੇਣ ਲਈ। ਤਾਂ ਇੱਥੋਂ ਤੱਕ ਕਿ ਰਿਕਾਰਡ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਰਿਕਾਰਡ ਨੂੰ ਖਤਮ ਹੀ ਕਰ ਦਿੱਤਾ ਜਾਵੇ ਕਿਸੇ ਤਰੀਕੇ, ਕਿਉਂਕਿ ਇਹਨਾਂ ਦੇ ਹਾਲ ਆਫ ਫੇਮ ਦੇ ਵਿੱਚ ਫੋਟੋ ਲਾਈ, ਜਦੋਂ ਸਕਸੈਸ ਸਟੋਰੀਜ਼ 'ਚ ਲਾਈ ਹੁੰਦੀ ਕਿ ਡੀਏਵੀ ਕਾਲਜ ਨੇ ਵੀ ਹਾਲ ਆਫ ਫੇਮ 'ਚ ਇਹਨਾਂ ਦੀ ਫੋਟੋ ਲਾਈ। ਪਰ ਸਕਸੈਸ ਸਟੋਰੀਜ਼ ਤਾਂ ਕੰਸੀਡਰ ਹੋਣਗੇ ਜੇ ਤੇ ਉੱਥੋਂ ਗ੍ਰੈਜੂਏਟ ਪਾਸ ਆਊਟ, ਹੁਣ ਪਾਸ ਆਊਟ ਤਾਂ ਉੱਥੋਂ ਹੈ ਹੀ ਨਹੀਂ ਇਹ, ਤਾਂ ਉਹ ਆਪਣੀ ਐਮਬੈਰਸਮੈਂਟ ਬਚਾਉਂਦੇ ਹੋਏ ਉਹਨਾਂ ਨੇ ਵੀ ਰਿਕਾਰਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੀ ਇੱਕ ਹਿਸਾਬ ਦਾ ਜੁਰਮ ਆ। ਤੇ ਫਿਰ ਅਸੀਂ ਇਹ ਰਿਕਾਰਡ ਜਿਹੜਾ, ਕਿਉਂਕਿ ਸਾਨੂੰ ਉਹਨਾਂ ਨੂੰ ਅਖੀਰ 'ਚ ਪਤਾ ਲੱਗਾ ਕਿ ਇਹ ਹਾਈ ਕੋਰਟ ਅਪਰੋਚ ਕਰਨਗੇ, ਤਾਂ ਉਹਨਾਂ ਨੇ ਹਾਰ ਕੇ ਆਪਣਾ ਪੁਰਾਣਾ ਇਹਨਾਂ ਦਾ ਰਿਕਾਰਡ ਕੱਢ ਕੇ ਆਹ ਰਿਜ਼ਲਟ ਬਣਾ ਕੇ ਸਾਨੂੰ ਦਿੱਤਾ ਹੈ। ਇਹਨਾਂ ਦੇ ਆ ਸਾਰੇ ਇਹਨਾਂ ਦੇ ਰੋਲ ਨੰਬਰ ਸਾਰਾ ਕੁਝ ਸਾਡੇ ਕੋਲ ਡੇਟਾ ਹੈ, ਵਿਦ ਇੱਥੋਂ ਤੱਕ ਕਿ ਮਾਰਕਸ਼ੀਟ ਵੀ ਇਹਨਾਂ ਦੀ ਸਾਡੇ ਕੋਲ ਹੈ। ਹਰਸਿਮਰਤ, ਤੁਸੀਂ ਐਡਵੋਕੇਟ ਹੋ, ਇੱਕ ਮੇਰਾ ਸਵਾਲ ਹੈ ਕਿ ਸੰਵਿਧਾਨਿਕ ਹੁਣ ਅਹੁਦਾ ਨਹੀਂ ਹੈ, ਕਿਉਂਕਿ ਸਾਬਕਾ ਹੋ ਚੁੱਕੇ ਨੇ ਭਲੱਥ ਦੇ ਜਿਹੜੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ। ਹੁਣ ਜਿਹੜੀਆਂ ਗ੍ਰਾਂਟਾਂ ਆ ਰਹੀਆਂ ਨੇ ਸੰਵਿਧਾਨਿਕ ਤੌਰ ਤੇ, ਜਦੋਂ ਕੋਈ ਅਹੁਦਾ ਨਾ ਹੋਵੇ, ਕੀ ਉਹ ਗ੍ਰਾਂਟਾਂ ਦੀ ਵੰਡ ਕਰ ਸਕਦੇ ਨੇ? ਜੇ ਨਹੀਂ ਕਰ ਸਕਦੇ ਤਾਂ ਕੀ ਹੁਣ ਹਲਕੇ ਦੇ ਵਿੱਚ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਨੇ? ਜੀ, ਗ੍ਰਾਂਟਾਂ ਜ਼ਰੂਰ ਵੰਡੀਆਂ ਜਾ ਰਹੀਆਂ, ਵੰਡ ਵੀ ਇਹੀ ਰਹੇ ਆ, ਪਰ ਉਹ ਗਲਤ ਆ। ਦੇਖੋ, ਜਦੋਂ ਇਹ ਲਾਅ ਇਹ ਕਹਿੰਦਾ ਜਦੋਂ ਕੋਈ ਇਲੈਕਟਿਡ ਪਰਸਨ ਨਾ ਹੋਵੇ ਤੁਹਾਡੇ ਹਲਕੇ 'ਚ, ਤਾਂ ਉੱਥੇ ਦਾ ਜਿਹੜਾ ਸੈਕੰਡ ਕਮਾਂਡ ਆਫੀਸਰ ਹੁੰਦਾ, ਜਿੱਦਾਂ ਐਸਡੀਐਮ, ਡੀਸੀ ਸਾਹਿਬ, ਉਹ ਉਹਨਾਂ ਦਾ ਬਣਦਾ ਹੈ ਉੱਥੇ ਇਨੋਗਰੇਸ਼ਨ ਕਰਨਾ ਜਾਂ ਗ੍ਰਾਂਟਾਂ ਵੰਡਣੀਆਂ ਉਹਨਾਂ ਦੇ ਥਰੂ। ਇੱਕ ਅੱਧੇ ਇਨਸੀਡੈਂਟਸ ਇੱਦਾਂ ਵੀ ਹੋਇਆ ਕਿ ਕੀ ਹੁੰਦਾ ਹੈ ਕਿ ਜਿਹੜੇ ਸਿਆਸੀ ਬੰਦੇ ਹੁੰਦੇ ਨਾ, ਦੇਖੋ ਇਹਨਾਂ ਕੋ ਖੁਦ ਕੋ ਦੇਣ ਲਈ, ਸੁਖਪਾਲ ਸਿੰਘ ਖਹਿਰਾ ਦੇ ਪਰਟੀਕੂਲਰਲੀ ਮੈਂ ਕਹਿ ਦਿੰਦਾ, ਬੀਬੀ ਜਗੀਰ ਕੌਰ ਬਾਰੇ ਵੀ ਕਹੂੰਗਾ ਕਿ ਇਹ ਪਰਸਨਲੀ ਦੇਣ ਲਈ ਇਹਨਾਂ ਕੋਲ, ਲੋਕਾਂ ਕੋਲ ਕੁਛ ਨਹੀਂ। ਹੁਣ ਇਹਨਾਂ ਕੋਲ ਇੱਕ ਬਹਾਨਾ ਹੁੰਦਾ ਕਿ ਸਰਕਾਰ ਵੱਲੋਂ ਕੋਈ ਸਕੀਮ ਆਈ ਹੈ, ਇਹਨਾਂ ਨੂੰ ਇਹਨਾਂ ਦੀ ਕੋਈ ਸੋਚ ਜਾਂ ਇਹਨਾਂ ਦੀ ਵਿਜ਼ਨ ਕਰਕੇ ਨਹੀਂ ਕੰਮ ਹੋ ਰਿਹਾ ਹਲਕੇ 'ਚ, ਉਹ ਆਟੋਮੈਟਿਕਲੀ ਹੋ ਰਿਹਾ। ਬਸ ਇਹਨਾਂ ਦਾ ਕੰਮ ਇਹ ਹੁੰਦਾ ਕਿ ਉੱਤੇ ਹੱਥ ਰੱਖਣਾ ਕਿ ਆਹ ਦੇਖੋ ਜੀ ਹੁਣ ਆਹ ਫਲਾਣਾ ਚੀਜ਼ ਰੋਡ ਬਣ ਗਈ ਹੈ, ਮੈਂ ਬਣਾਤੀ। ਇਨੋਗਰੇਸ਼ਨ ਦਾ ਮਤਲਬ ਇਹੀ ਹੈ ਕਿ ਕਲੇਮ ਕਰਨਾ। ਹੁਣ ਇਹਦੇ ਵਿੱਚ ਵੀ ਇਹ ਦਿੱਕਤ ਆਉਂਦੀ ਕਿ ਇਹਨਾਂ ਨੇ ਕਈ ਚੀਜ਼ਾਂ ਇਹੋ ਜਿਹੀਆਂ ਕਾਲੀ 'ਚ ਇਨੋਗਰੇਟ ਕਰਤੀਆਂ ਜਿਹੜੀਆਂ ਅੱਜ ਤੋਂ 12 ਸਾਲ 11 ਸਾਲ ਪਹਿਲਾਂ ਦੀਆਂ ਬਣੀਆਂ। ਉਹਦਾ ਪਹਿਲਾਂ ਉਦਘਾਟਨ ਬੀਬੀ ਜਗੀਰ ਕੌਰ ਕਰ ਚੁੱਕੇ ਆ, ਉਹ ਤੋਂ ਬਾਅਦ ਨਵੀਂ ਇੱਕ ਫੱਟੀ ਨਵੀਂ ਲਾ ਕੇ ਤੇ ਇਹ ਵੀ ਕਰ ਰਹੇ ਆ। ਤਾਂ ਮੈਂ ਵੀ ਇਸ ਚੀਜ਼ ਤੇ ਕਨਫਿਊਜ਼ ਸੀਗਾ। ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਦਾਂ ਲੱਗਾ ਮੇਬੀ ਇਹਨਾਂ ਕੋਲ ਕੰਮ ਘਟ ਗਿਆ ਆ ਕਿ ਲੋਕਾਂ ਨੂੰ ਦਿਖਾਉਣ ਲਈ ਕੁਝ ਨਹੀਂ, ਚਲੋ ਆਹੀ ਕੰਮ ਚਲਾ ਲਿਆ। ਪਰ ਇਹਦੀ ਅਸਲੀਅਤ ਇਹ ਸਾਹਮਣੇ ਆਈ, ਮੈਂ ਜੋ ਸਮਝੀ ਕਿਸੇ ਅਫਸਰ ਤੋਂ ਵੀ, ਅਸੀਂ ਕਿਸੇ ਸਿਆਣੇ ਲੋਕਾਂ ਤੋਂ ਵੀ ਸਮਝਣ ਦੀ, ਜਿਹੜੇ ਮੇਰੇ ਤੋਂ ਕਾਫੀ ਪੁਰਾਣੇ ਆ, ਉਹ ਕਹਿੰਦੇ ਕਿ ਜਿਹੜਾ ਪੁਰਾਣਾ ਕੰਮ ਦਿਖਾ ਕੇ ਪਰ ਫੰਡ ਨਵੇਂ ਆ, ਉਹ ਫੰਡ ਜਿਹੜੇ ਉਹ ਖਾ ਲਏ ਜਾਂਦੇ। ਜਿੱਦਾਂ ਇੱਕ ਪਾਰਕ ਦੀ ਗੱਲ ਆ, ਉਹ ਪਾਰਕ 11 ਸਾਲ ਪੁਰਾਣਾ, ਉਹਨੂੰ ਨਵਾਂ ਸ਼ੁਰੂ ਕਰ ਦੇਣਾ ਕਿ ਪਾਰਕ ਬਣਾਇਆ ਗਿਆ, ਪੇਪਰਾਂ 'ਚ ਨਵਾਂ ਪਾਰਕ ਬਣ ਗਿਆ, ਉਹਦੇ ਪੈਸੇ ਜਿਹੜੇ ਸੈਂਕਸ਼ਨ ਹੋ ਗਏ ਉਹ ਆਪ ਹੀ ਵੰਡੇ ਜਾਣਗੇ, ਜਿਹੜੇ ਫੰਡਸ ਆ ਲੋਕਾਂ ਦੇ ਤੇ ਲੱਗੇ ਨਹੀਂ। ਸੋ ਕੰਸਰਨ ਇਹ ਆ ਕਿ ਦੋ ਚੀਜ਼ਾਂ ਦਾ ਕੰਸਰਨ, ਇੱਕ ਤੇ ਕਿਸੇ ਨੂੰ ਆਪਣੀ ਜੇਬ 'ਚ ਕੁਝ ਦਿੰਦੇ ਨਹੀਂ, ਸਰਕਾਰ ਦਾ ਕੀਤਾ ਇਹ ਲੋਕਾਂ ਦਾ ਹੱਕ ਆ। ਜਿੱਦਾਂ ਕਿਸੇ ਨੂੰ ਕੋਈ ਪਾਰਕ ਦੇਤਾ ਜਾਂ ਕਿਸੇ ਨੂੰ ਕੋਈ ਜਿਮ ਦੇਤਾ, ਕੋਈ ਕਿੱਟ ਦੇਤੀ, ਉਹ ਉਹਨਾਂ ਪਿੰਡ ਵਾਲਿਆਂ ਤੇ ਕੋਈ ਅਹਿਸਾਨ ਨਹੀਂਗਾ, ਉਹ ਸਰਕਾਰ ਨੇ ਦਿੱਤਾ ਹੈ, ਸਰਕਾਰ ਦਾ ਫਰਜ਼ ਬਣਦਾ ਆ। ਜੇ ਇੱਕ ਪਿੰਡ 'ਚ ਦਿੱਤਾ, ਹੁਣ ਕਈ ਪਿੰਡ ਸਾਡੇ ਇਦਾਂ ਦੇ ਆ ਜਿੱਥੇ ਇਹਨਾਂ ਨੇ ਸਮਾਨ ਕਈਆਂ 'ਚ ਦਿੱਤਾ, ਕਈਆਂ 'ਚ ਨਹੀਂ ਦਿੱਤਾ, ਉੱਥੇ ਕਹੀ ਜਾਂਦੇ ਸਰਕਾਰ ਆਊਗੀ ਤੁਹਾਨੂੰ ਦੇ ਦਾਂਗੇ।
ਹੁਣ ਮਤਲਬ ਸਰ ਸਿਰਫ ਇੱਕ ਕਿੱਟ ਦੇ ਲਾਲਚ ਨੂੰ ਅਗਲੇ ਤੁਹਾਨੂੰ ਵੋਟਾਂ ਪਾਉਣ, ਤੇ ਉਹ ਵੀ ਸਰਕਾਰ ਨੇ ਦੇਣੀ ਆ, ਤੁਸੀਂ ਕੀ ਦੇ ਰਹੇ ਆ। ਔਰ ਹਰਸਿਮਰਨ ਹਲਕਾ ਭਲੱਥ ਦੀ ਆਪਾਂ ਗੱਲ ਕਰ ਰਹੇ ਹਾਂ। ਭਲੱਥ ਦੇ ਵਿੱਚ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ, ਮੈਨੂੰ ਯਾਦ ਹੈ, ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਔਰ ਤੁਹਾਡੇ ਪਿਤਾ ਜੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਰਾਣਾ ਕਾਂਗਰਸ ਦੇ ਵਿੱਚ। ਹੁਣ 2022 ਵਿਧਾਨ ਸਭਾ ਚੋਣਾਂ ਨੇੜੇ ਨੇ ਤਾਂ ਪਾਰਟੀਆਂ ਬਦਲ ਚੁੱਕੀਆਂ, ਬੰਦੇ ਵੀ ਬਦਲ ਚੁੱਕੇ ਨੇ। ਭਲੱਥ ਹਲਕੇ ਦੀ ਸਿਚੁਏਸ਼ਨ ਕੀ ਹੈ? ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਵੇਗੀ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ 2017 ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਹਾਲਾਂਕਿ ਸੁਖਪਾਲ ਸਿੰਘ ਖਹਿਰਾ ਸੀਗਾ, ਸੁਖਪਾਲ ਸਿੰਘ ਖਹਿਰਾ ਨੂੰ ਵੋਟਾਂ ਪਈਆਂ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ? ਇਹ 2022 ਚ ਨਾ ਬਿਲਕੁਲ ਕਲੀਅਰ ਹੋ ਜਾਊਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਇਹਦੇ ਲਈ ਇੱਕ ਛੋਟਾ ਜਿਹਾ ਜਿੱਦਾਂ ਕਹਿੰਦੇ ਲਿਟਮਸ ਟੈਸਟ ਆਲਰੇਡੀ ਹੋ ਚੁੱਕਾ ਆ ਕਿ ਕਿਹਦਾ ਹਲਕੇ 'ਚ ਕਿੰਨਾ ਦਬਦਬਾ ਆ। ਜਦੋਂ 2019 ਚ ਲੋਕ ਸਭਾ ਇਲੈਕਸ਼ਨ ਹੋਏ ਸੀਗੇ ਤਾਂ ਪਹਿਲੀ ਵਾਰੀ ਪੰਜਾਬ ਜਿਹੜਾ ਭਲੱਥ ਆ, ਭਲੱਥ ਸੈਗਮੈਂਟ ਸਾਡੀ ਹੁਸ਼ਿਆਰਪੁਰ ਲੋਕ ਸਭਾ ਸੀਟ ਪੈਂਦੀ, ਉਹ 'ਚ ਭਲੱਥ ਅੱਜ ਤੱਕ ਹਿਸਟਰੀ 'ਚ ਜੋ ਸੁਖਪਾਲ ਸਿੰਘ ਖਹਿਰਾ MLA ਵੀ ਰਹੇ ਆ, ਹਲਕਾ ਇੰਚਾਰਜ ਵੀ ਰਹੇ, ਕਦੀ 14,000 ਤੇ ਹਾਰ ਗਏ, ਕਦੀ 27,000 ਤੇ ਹਾਰ ਗਏ, ਕਦੀ 10,000 ਤੇ ਹਾਰ ਗਏ, ਪਰ ਪਹਿਲੀ ਵਾਰੀ ਮੇਰੇ ਫਾਦਰ ਸਾਹਿਬ ਜਦੋਂ ਹਲਕਾ ਇੰਚਾਰਜ ਸੀ ਕਾਂਗਰਸ ਦੇ, ਤੇ ਪਹਿਲੀ ਵਾਰੀ ਭਲੱਥ ਸੈਗਮੈਂਟ ਤੋਂ ਲੀਡ ਲਈ ਅਕਾਲੀ ਦਲ ਤੋਂ। ਇਹ ਦੂਸਰਾ ਕਿ ਸਭ ਤੋਂ ਵੱਧ ਸਰਪੰਚ ਬਣਾਏ, ਸਪੋਰਟ ਵੀ ਉਹਨਾਂ ਦੀ ਹੈਗੀ, ਤੇ ਨਾਲ ਦੀ ਨਾਲ ਇਹਨਾਂ ਦੀ ਪਾਰਟੀ ਜਿਹੜੀ ਸੀ, ਇਹਨਾਂ ਦੀ ਪਾਰਟੀ ਨੂੰ ਵੋਟ ਕਿੰਨੀ ਪਈ ਇਹਨਾਂ ਦੀ ਵੀ ਕਲੀਅਰ ਹੋ ਗਈ ਉਸ ਟਾਈਮ ਤੇ। ਸੋ ਜਿਹੜਾ ਆਉਣ ਵਾਲਾ ਸਮਾਂ ਆ ਇਹ ਤੋਂ ਬੜਾ ਕਲੀਅਰਲੀ ਪ੍ਰੂਵ ਹੋ ਜੂ ਇਹਨਾਂ ਦਾ ਕੋਈ ਬੇਸ ਉੱਥੇ ਰਿਹਾ ਨਹੀਂ। ਦੇਖੋ ਇੱਕ ਸਿੰਪਥੀ ਸੀਗੀ, ਸਿਸਟਮ ਕੀ ਚੱਲਦਾ ਸੀ ਭਲੱਥ ਦੇ ਵਿੱਚ, ਜਿਹੜੇ ਬੀਬੀ ਜਗੀਰ ਕੌਰ ਜੀ ਤੋਂ ਨਾਰਾਜ਼ ਆ ਉਹ ਸੁਖਪਾਲ ਸਿੰਘ ਖਹਿਰੇ ਦੇ ਧੜੇ 'ਚ ਬਹਿ ਜਾਂਦੇ ਸੀ, ਜਿਹੜੇ ਇਹਨਾਂ ਤੋਂ ਨਾਰਾਜ਼ ਉਹ ਨਾਲ ਬਹਿ ਜਾਂਦੇ ਸੀ, ਉਹੀ ਸਿਸਟਮ ਚੱਲੀ ਜਾਂਦਾ। ਇੱਕ ਥਰਡ ਅਲਟਰਨੇਟਿਵ ਹੈ ਹੀ ਨਹੀਂ ਸੀ ਲੋਕਾਂ ਤੋਂ, ਹੁਣ ਹੈਗਾ, ਤੇ ਲੋਕੀ ਉੱਥੇ ਚੇਂਜ ਸੱਚੀ ਚਾਹੁੰਦੇ ਆ। ਕਿਤੇ ਤੁਸੀਂ ਲੋਕਾਂ ਕੋਲ ਪਰਸਨਲੀ ਜਾ ਕੇ ਔਨ ਕੈਮਰਾ ਕਈ ਵਾਰੀ ਹੋ ਸਕਦਾ ਨਾ ਬੋਲੇ ਕੋਈ ਅੱਜ ਕੱਲ ਇਹ ਵੀ ਬਹੁਤ ਲੋਕੀ ਵੀ ਸਿਆਣੇ ਆ। ਐਂਟੀ ਇਨਕੰਬੈਂਸੀ ਦਾ ਫਾਇਦਾ ਮਿਲੇਗਾ ਆਮ ਆਦਮੀ ਪਾਰਟੀ ਨੂੰ 101% ਜੀ। 4.5 ਸਾਲ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਲਾਂਗਾ ਇੱਥੇ। ਮੈਂ ਪੇਸ਼ੇ ਵਜੋਂ ਵਕੀਲ ਆ, ਮੇਰੇ ਕੋ ਆਪਣੇ ਬਹੁਤ ਕੰਮ, ਪਰ ਮੈਂ 3.5 ਸਾਲ CM ਹਾਊਸ ਦੇ ਗੇੜੇ ਰੱਖੇ ਆ। ਮੇਰੇ ਵਾਵਾ ਪਿਆਰ ਸੀ, ਬਹੁਤ ਜਾਣੇ ਬਹੁਤ ਅਜੇ ਵੀ ਮੰਤਰੀ ਆ ਜਿਨ੍ਹਾਂ ਨਾਲ ਮੇਰਾ ਬਹੁਤ ਪਿਆਰ ਹੈ ਕਾਂਗਰਸ ਦੇ ਵਿੱਚ, ਉਦੋਂ ਵੀ ਐਕਸੈਸ ਸੀਗਾ। ਪਰ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਉਦੋਂ ਦੇ ਚੀਫ ਮਿਨਿਸਟਰ ਸਾਹਿਬ ਜਿਹੜੇ, ਜੇ ਤੁਸੀਂ ਹੁਣੀ RTI ਪਾਓ ਨਾ ਤਾਂ ਇਹ ਦੇਖ ਲਓ ਕਿ ਪੰਜਾਬ ਦੇ CM ਹੁਣ ਪੂਰੇ ਪੰਜਾਬ 'ਚ ਸਿਰਫ 13 ਵਾਰੀ ਆਏ ਆ CM ਬਣ ਕੇ। ਤੁਸੀਂ ਸੋਚ ਲਓ ਪੰਜਾਬ ਦਾ ਕੀ ਹਾਲ ਹੈ। ਕੁਛ ਵੀ ਨਹੀਂ ਕੀਤਾ, ਇੱਦਾਂ ਲੱਗਾ ਜਿੱਦਾਂ ਆਟੋ ਪਾਇਲਟ ਮੂਡ ਤੇ ਕੰਮ ਚੱਲ ਰਿਹਾ, ਬਸ ਕੋਈ ਜਿੱਦਾਂ ਹਲਚਲ ਹੀ ਨਹੀਂ, ਡੈੱਡ ਸਿਸਟਮ ਸੀਗਾ। ਤੇ ਜਿਹੜਾ ਹੁਣ ਟਾਈਮ ਪੀਰੀਅਡ ਇਹਨਾਂ ਕੋਲ ਰਹਿ ਗਿਆ ਇਹਦੇ 'ਚ ਕੁਝ ਕਰ ਨਹੀਂ ਹੋਣਾ, ਕਿਉਂਕਿ ਖਜ਼ਾਨਾ ਖਾਲੀ ਕਹੀ ਜਾਂਦੇ ਸੀ। ਮੈਨੂੰ ਇੱਕ ਵਾਰੀ ਕਿਸੇ ਤੋਂ ਪੁੱਛ ਕੇ ਦੱਸ ਦਿਓ ਕਿ ਜੇ ਖਜ਼ਾਨਾ ਖਾਲੀ ਸੀ, ਮੈਨੂੰ ਇਹ ਦੱਸੋ ਤੁਸੀਂ ਕਿਉਂ ਬੈਠੇ ਹੋ? ਕੋਈ ਇਦਾਂ ਦਾ ਕੋਈ ਕਿਹੜਾ ਕੰਮ ਕੀਤਾ ਜਿੰਨਾ ਕਿ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੋਵੇ? ਇੱਕ ਐਫਰਟ ਵੀ ਨਹੀਂ ਕੀਤਾ ਗਿਆ, ਤੇ ਲੋਕੀ ਦਿਲੋਂ ਨਾਰਾਜ਼ ਆ। ਕਿਉਂਕਿ ਸਭ ਤੋਂ ਵੱਧ ਤੇ ਨਾਰਾਜ਼ ਕਾਂਗਰਸ ਦਾ ਵਰਕਰ ਆ, ਕਿਉਂਕਿ 10 ਸਾਲ ਬਾਅਦ ਸਰਕਾਰ ਆਈ, ਉਹਨਾਂ ਦੀਆਂ ਬੜੀ ਹਾਈ ਹੋਪ ਸੀਗੀਆਂ, ਉਹ ਤਾਂ ਪੂਰੀਆਂ ਕੀ ਹੋਣੀਆਂ। ਜਿਹੜੇ ਰੈਗੂਲਰ ਕੰਮ ਸੀ ਉਹ ਵੀ ਨਹੀਂ ਉਹਨਾਂ ਦੇ ਹੋਏ, ਮਤਲਬ ਉਹ ਅੰਦਰੋਂ ਦਿਲੋਂ ਟੁੱਟੇ ਹੋਏ ਆ। ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ। ਔਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਤੇਜ਼ ਹੈ। ਹਲਕਾ ਭਲੱਥ ਤੋਂ ਅਸੀਂ ਰਣਜੀਤ ਸਿੰਘ ਰਾਣਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਪੁੱਤਰ ਨੇ ਹਰਸਿਮਰਨ ਸਿੰਘ ਐਡਵੋਕੇਟ ਨੇ, ਜਿਨ੍ਹਾਂ ਦੇ ਵੱਲੋਂ ਕੁਝ ਜਿਹੜੇ ਦੋਸ਼ ਲਾਏ ਗਏ ਨੇ, ਸਬੂਤ ਨਾਲ ਲੈ ਕੇ ਆਏ ਨੇ, ਸਬੂਤਾਂ ਸਮੇਤ ਦੋਸ਼ ਲਾਏ ਗਏ ਨੇ। ਕੁਆਲੀਫਿਕੇਸ਼ਨ ਦੇ ਉੱਪਰ ਦੋਸ਼ ਹੈ, ਨਾਲ ਦੀ ਨਾਲ ਇਹ ਕਿਹਾ ਜਾ ਰਿਹਾ ਕਿ ਅਸਤੀਫਾ ਜਿਹੜਾ ਹੈ ਉਹ ਅੰਦਰ ਖਾਤੇ ਜਿਹੜਾ ਮਿਲੀ ਭੁਗਤ ਦੇ ਨਾਲ ਇਹਨਾਂ ਮਨਜ਼ੂਰ ਕੀਤਾ ਗਿਆ ਹੈ, ਜਦ ਕਿ ਡਿਸਕੁਆਲੀਫਾਈ ਹੁੰਦੇ ਸੀ ਸੁਖਪਾਲ ਸਿੰਘ ਖਹਿਰਾ। ਹੁਣ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਭਲੱਥ ਦੇ ਵਿੱਚ ਤ੍ਰਿਕੋਣੀ ਟੱਕਰ ਹੈ। ਰਣਜੀਤ ਸਿੰਘ ਰਾਣਾ ਆਮ ਆਦਮੀ ਪਾਰਟੀ, ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਔਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਤ੍ਰਿਕੋਣੀ ਟੱਕਰ ਜਿਹੜੀ ਹੈ ਇੱਥੇ ਦੇਖਣ ਨੂੰ ਮਿਲ ਸਕਦੀ ਹੈ। ਔਰ ਭਲੱਥ ਇੱਕ ਐਸੀ ਸੀਟ ਹੈ ਵਿਧਾਨ ਸਭਾ ਦੀ ਜਿੱਥੇ ਸਰਗਰਮੀ ਲਗਾਤਾਰ ਨਜ਼ਰ ਆਉਂਦੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ, ਸਮੇਂ ਦੀ ਗਰਭ ਦੇ ਵਿੱਚ ਸਾਰਾ ਕੁਝ ਕਿ ਕਿਸ ਦੀ ਜਿੱਤ ਹੋਵੇਗੀ, ਪਰ ਕਿਹਾ ਜਾ ਰਿਹਾ ਕਿ ਐਂਟੀ ਇਨਕੰਬੈਂਸੀ ਦਾ ਜਿਹੜਾ ਫਾਇਦਾ ਹੈ ਉਹ ਆਮ ਆਦਮੀ ਪਾਰਟੀ ਨੂੰ ਹੋਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ। ਵੀਡੀਓ ਜਰਨਲਿਸਟ ਜਤਿਨ ਦੇ ਨਾਲ ਅਮਨ ਚੰਦ, ਦੈਨਿਕ ਸਵੇਰਾ TV ਜਲੰਧਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467